ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਬੋਨੀ ਬਿੰਦਰਾ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ। ਸਾਡੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ। ਧੰਨਵਾਦ ਜੀ, ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੁਲਵੰਤ ਜੀ, ਸ਼ੋਅ ਦਾ ਜਿਹੜਾ ਸਮਾਗਮ ਹੈ ਉਹ ਮੈਂ ਇੱਕ ਬੜੇ ਹੀ ਇਤਿਹਾਸਿਕ ਫੈਸਲੇ ਦੇ ਨਾਲ ਕਰੂੰਗਾ। ਦਿਸ਼ਾ ਰਵੀ ਜਿਹੜੇ ਕਿ ਪਿੱਛੇ ਜੇ ਅਰੈਸਟ ਕੀਤੇ ਗਏ ਸੀਗੇ ਟੂਲ ਕਿਟ ਮਾਮਲੇ ਦੇ ਵਿੱਚ, ਉਹਨਾਂ ਨੂੰ ਕੱਲ੍ਹ ਅਦਾਲਤ ਨੇ ਪਟਿਆਲਾ ਕੋਰਟ ਜਿਹੜੀ ਅਦਾਲਤ ਹੈਗੀ ਆਪਣੀ ਦਿੱਲੀ ਦੇ ਵਿੱਚ, ਪਟਿਆਲਾ ਹਾਊਸ ਕੋਰਟ ਹੈ ਜਿਹੜੀ ਦਿੱਲੀ ਦੇ ਵਿੱਚ, ਉਹਨਾਂ ਨੇ ਉਹਨਾਂ ਨੂੰ ਐਕਵਿਟ ਕਰ ਦਿੱਤਾ ਦੋਸ਼ ਦੇ ਵਿੱਚੋਂ। ਹਜੇ ਜ਼ਮਾਨਤ ਕੀਤੀ ਹੈ ਹਜੇ ਦੋਸ਼ ਦੇ ਵਿੱਚੋਂ। ਅਤੇ ਜਿਹੜੇ ਉੱਥੋਂ ਦੇ ਜੱਜ ਨੇ ਸਾਡੇ ਧਰਮਿੰਦਰ ਰਾਣਾ, ਇਹਨਾਂ ਨੇ ਇੱਕ ਬੜਾ ਇਤਿਹਾਸਿਕ ਫੈਸਲਾ ਸੁਣਾਇਆ। ਫੈਸਲਾ ਮੈਂ ਇੱਕ ਵਾਰੀ ਪੜ੍ਹ ਕੇ ਸੁਣਾਉਣਾ ਚਾਹੂँगा। ਉਹਨਾਂ ਨੇ ਕਿਹਾ कि विचारों में मतभेद, असहमति, विचारों में भिन्नता और यहाँ तक कि घोर आपत्ति राज्य की नीतियों में वस्तुनिष्ठा लाने के पहचाने हुए वह विधिक अपकरण है। एक उदासीन और बेहद विनम्र जनता के मुकाबले जागरूक और मुखर जनता एक स्वस्थ और मजबूत लोकतंत्र का संकेत है। भारत की 500 साल पुरानी सभ्यता कभी भी अलग अलग विचारों की विरोधी नहीं रही। ਇਹਦੇ 'ਚ ਰਿਗਵੇਦ ਦਾ ਵੀ ਇੱਕ ਸ਼ਲੋਕ ਇਹਨਾਂ ਨੇ ਪੜ੍ਹ ਕੇ ਸੁਣਾਇਆ, ਜਿਹਦਾ ਕਿ मतलब है कि हमारे पास चारों ओर से ऐसे कल्याणकारी विचार आते रहें जो किसी से भी ना दबे, उन्हें कहीं से भी बाधित ना किया जा सके एवं अज्ञात विषयों को प्रकट करने वाले हों। ਇਹਦੇ ਨਾਲ ਹੀ ਉਹਨਾਂ ਨੇ ਕਿਹਾ कि सिर्फ मौखिक दावों के अलावा मेरे संज्ञान में कोई ऐसा सबूत नहीं लाया गया जो इस दावे की तकसीद करता हो कि आरोपी या उनके कथित जो साजिश करता है कि शैतानी साजिश के बाद किसी भी भारतीय दूतावास में किसी तरह की कोई हिंसा हुई हो। ਹੁਣ ਇਹਦੇ ਵਿੱਚ ਇੱਕ ਹੋਰ ਜਿਹੜਾ ਬੜਾ ਉਹਨਾਂ ਨੇ ਇੰਟਰਸਟਿੰਗ ਕਮੈਂਟ ਕੀਤਾ ਰਾਣਾ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਵਿਅਕਤੀ ਦੀ ਸਰਕਾਰ ਦੇ ਨਾਲ ਕੋਈ ਵੀ ਅਸਹਿਮਤੀ ਹੁੰਦੀ ਹੈ, ਇਹਦਾ ਇਹ ਮਤਲਬ ਨਹੀਂ ਹੈ ਕਿ ਸਰਕਾਰ ਉਹਨੂੰ ਚੱਕ ਕੇ ਅਤੇ ਕੋਰਟ ਦੇ ਵਿੱਚ ਜੇਲ੍ਹ ਦੇ ਵਿੱਚ ਪਾ ਦੇ। ਅਤੇ ਉਹਨਾਂ ਕੋਲ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ 22 ਸਾਲਾਂ ਦੀ ਕੁੜੀ ਨੂੰ ਸਿਰਫ ਇਸ ਕਰਕੇ ਜੇਲ੍ਹ ਦੇ ਪਿੱਛੇ ਰੱਖ ਸਕਣ ਕਿ ਉਹਨੇ ਇੱਕ ਵਟਸਐਪ ਦਾ ਗਰੁੱਪ ਬਣਾਇਆ ਜਾਂ ਕੋਈ ਟੂਲ ਕਿਟ ਹੈ ਜਿਹੜੀ ਔਨਲਾਈਨ ਉਹਦਾ ਐਡੀਟਰ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਲੋਕਤੰਤਰ ਥੋੜ੍ਹਾ ਜਿੱਤਦਾ ਨਜ਼ਰ ਆਇਆ? ਦੇਖੋ, ਇਸ ਤਰ੍ਹਾਂ ਕਿ ਇਹ ਜਿੱਤ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਸ਼ੁਰੂਆਤ ਆ। ਮੈਂ ਇਹਦੇ 'ਚ ਅਮੈਂਡਮੈਂਟ ਕਰਦਾ ਤੁਹਾਡੇ ਜਿਹੜਾ ਤੁਸੀਂ ਸਟਾਰਟਿੰਗ 'ਚ ਬੋਲਿਆ ਕਿ ਇਹ ਫੈਸਲਾ ਨਹੀਂ ਹੈਗਾ, ਇਹ ਜ਼ਮਾਨਤ ਦੇਣ ਲੱਗਿਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਜੀ ਜੱਜ ਸਾਹਿਬ ਵੱਲੋਂ ਜੀ। ਅਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਇਹ ਆਪਣੇ ਆਪ ਦੇ ਵਿੱਚ ਬੜੀਆਂ ਇਤਿਹਾਸਕ ਨੇ। ਅਤੇ ਪਿੱਛੇ ਜਿਹੜੀਆਂ ਖਬਰਾਂ ਆਪਾਂ ਵੇਖਣ ਨੂੰ ਮਿਲੀਆਂ, ਆਪਾਂ ਇਸ 'ਤੇ ਚਰਚਾ ਵੀ ਕੀਤੀ ਸੀ ਕਿ 6400 ਦੇ ਕਰੀਬ ਜਿਹੜੇ ਸੀ ਲੋਕੀ ਪਿਛਲੇ ਇੱਕ ਸਾਲ ਦੇ ਵਿੱਚ ਜਿਹੜੇ ਆ ਉਹਨਾਂ ਨੇ UAPA ਅਤੇ ਹੋਰ ਐਕਟਸ ਦੇ ਰਾਜ ਧਰੋਹ ਦੇ ਕੇਸਾਂ ਦੇ ਵਿੱਚ ਇਹਨਾਂ ਨੇ ਜੇਲ੍ਹਾਂ 'ਚ ਤੁੰਨਤੇ ਸੀ, ਜਿਨ੍ਹਾਂ ਵਿੱਚੋਂ ਸਿਰਫ ਅਤੇ ਸਿਰਫ 2 ਬੰਦਿਆਂ ਦੇ ਵਿਰੁੱਧ ਜਿਹੜੇ ਆ ਉਹ ਦੋਸ਼ ਸਾਬਤ ਹੋ ਪਾਏ ਸਨ। ਇਹ ਇਕੱਲਾ BJP ਦੀ ਸਰਕਾਰ ਜਾਂ ਆਪਾਂ ਇਹ ਨਾ ਕਹਿ ਲਈਏ ਵੀ BJP ਦੀ ਸਰਕਾਰ 'ਚ ਹੀ ਹੋਇਆ, ਕਾਂਗਰਸ ਦੇ ਟਾਈਮ ਦੇ ਵਿੱਚ ਵੀ ਬਹੁਤ ਹੋਇਆ। ਟਾਟਾ ਦੇ ਕੋਟਾ ਲਾਇਆ ਜਾਂਦਾ ਸੀ, ਹੋਰ ਬੜੇ ਕਾਨੂੰਨਾਂ ਦੇ ਤਹਿਤ ਇਹ ਕੰਮ ਹੁੰਦੇ ਰਹੇ ਨੇ। ਉਸ ਤੋਂ ਇਲਾਵਾ ਅਗਰ ਉਸ ਤੋਂ ਵੀ ਪਿੱਛੇ ਚਲੀ ਜਾਈਏ ਤਾਂ ਐਮਰਜੈਂਸੀ ਦੇ ਵਿੱਚ 1975 ਦੇ ਵਿੱਚ 21 ਮਹੀਨਿਆਂ ਦਾ ਜਿਹੜਾ ਲੱਗਿਆ ਸੀਗਾ, ਐਮਰਜੈਂਸੀ ਲੱਗੀ ਸੀ ਉਦੋਂ, ਤਾਂ ਮਤਲਬ ਲਾ ਕੇ ਚਲੋ ਵੀ ਸਮਝ ਲਓ ਲੱਖਾਂ ਬੰਦੇ ਜਿਹੜੇ ਨੇ ਉਹਨਾਂ ਨੇ ਪੜ੍ਹ ਕੇ ਅੰਦਰ। ਡਾਟਾ ਇਹ ਕਹਿੰਦਾ ਕਿ 1,40,000 ਬੰਦੇ ਨੇ ਜਿਹੜੇ ਉਸ ਟਾਈਮ ਦੇ ਉੱਪਰ ਗ੍ਰਿਫਤਾਰ ਹੋਏ ਸੀਗੇ, ਕਿਸੇ ਦੀ ਸੁਣਵਾਈ ਨਹੀਂ ਹੋਈ। ਆਪਣੀ ਸੱਤਾ ਬਚਾਉਣ ਲਈ, ਆਪਣੀ ਹੋਂਦ ਬਚਾਉਣ ਲਈ ਸਰਕਾਰਾਂ, ਪਾਰਟੀਆਂ ਜਿਹੜੀਆਂ ਨੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਦਮਨਕਾਰੀ ਨੀਤੀਆਂ ਅਪਣਾਉਂਦੀਆਂ ਆਈਆਂ ਨੇ ਅਤੇ ਅੱਗੋਂ ਵੀ ਚੱਲਦਾ ਰਹੇਗਾ। ਇਸ ਨੂੰ ਆਪਾਂ ਰੋਕ ਨਹੀਂ ਪਾਵਾਂਗੇ ਜਦੋਂ ਤੱਕ ਕਿ ਅਸੀਂ ਆਪ ਜਾਗਰੂਕ ਨਹੀਂ ਹੋਵਾਂਗੇ, ਜਦੋਂ ਤੱਕ ਕਿ ਸਾਡਾ ਜਿਹੜਾ ਇਨਸਾਫ ਦੇਣ ਵਾਲਾ ਸਟਰਕਚਰ ਹੋਏਗਾ, ਢਾਂਚਾ ਹੋਏਗਾ, ਉਹਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏਗਾ, ਉਹ ਪੂਰੀ ਤਰ੍ਹਾਂ ਦੇ ਉੱਤੇ ਨਿਰਪੱਖ ਨਹੀਂ ਹੋਏਗਾ। ਆਹ ਫੈਸਲਾ ਨਿਰਪੱਖ, ਬਿਲਕੁਲ ਆਜ਼ਾਦ ਫੈਸਲਾ ਆਇਆ। ਬੜਾ ਇਹਨੂੰ ਸਲੂਟ ਕਰਨ ਦਾ ਜੀ ਕਰਦਾ ਵੀ ਵਾਕਈ ਹੀ ਇਸ ਤਰ੍ਹਾਂ ਦਾ ਜਿਹੜੀ ਜੁਡੀਸ਼ਰੀ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਤੁਸੀਂ ਜੇਕਰ ਆਪਾਂ ਸਰਸੇ ਵਾਲੇ ਦੀ ਗੱਲ ਕਰੀਏ, ਜਿਹੜਾ ਰਾਮ ਰਹੀਮ ਦੇ ਮਾਮਲੇ ਦੇ ਵਿੱਚ, ਉਹ ਇੰਨੀ ਵੱਡੀ ਭੀੜ ਹੋਣ ਦੇ ਬਾਵਜੂਦ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਅਤੇ ਉਹ ਦਬੀ ਨਹੀਂ ਜੁਡੀਸ਼ਰੀ ਉੱਥੇ ਵੀ ਜਾ ਕੇ, ਅਤੇ ਇੱਕ ਵਿਸ਼ਵਾਸ ਬਹਾਲ ਹੋਇਆ ਲੋਕਾਂ ਦਾ ਜੁਡੀਸ਼ਰੀ ਸਿਸਟਮ ਦੇ ਵਿੱਚ, ਜਿਹੜਾ ਕਿ ਪਿੱਛੇ ਜੇ ਬਹੁਤ ਡੋਲ ਗਿਆ ਸੀ ਜਦੋਂ ਕਿ ਸੁਪਰੀਮ ਕੋਰਟ ਵੱਲੋਂ ਜਿਹੜੇ ਉਹ ਕੁਝ ਫੈਸਲੇ ਇਸ ਤਰ੍ਹਾਂ ਦੇ ਆਏ ਜਿਹਦੇ ਵਿੱਚ ਜਿਹੜੀ ਉਹ ਜਾਂਚ ਕਮੇਟੀ ਬਣਾਈ ਗਈ ਅਤੇ ਉਹਦੇ ਵਿੱਚ 4 ਬੰਦੇ ਜਿਹੜੇ ਐਸੇ ਵਿੱਚ ਸ਼ਾਮਲ ਹੋ ਗਏ ਜਿਹੜੇ ਕਿ ਪਹਿਲਾਂ ਹੀ ਸਰਕਾਰੀ ਪੱਖ ਦਾ ਸਰਕਾਰ ਕਾਨੂੰਨਾਂ ਦੇ ਮਾਮਲੇ ਦੇ ਵਿੱਚ
ਸਰਕਾਰ ਦਾ ਪੱਖ ਪੂਰਦੇ ਆ ਰਹੇ ਸੀਗੇ, ਉਹ ਇੱਕ ਹੌਸਲਾ ਟੁੱਟਦਾ ਨਾ ਨਜ਼ਰ ਆਇਆ ਵੀ ਸਾਡੇ ਨਾਲ ਤਾਂ ਹੁਣ ਅਦਾਲਤਾਂ ਵੀ ਜਿਹੜੀਆਂ ਨੇ ਉਹ ਸਹੀ ਇਨਸਾਫ ਨਹੀਂ ਕਰ ਪਾ ਰਹੀਆਂ। ਪਰ ਜਿਸ ਤਰ੍ਹਾਂ ਦਾ ਇਹ ਹੁਣ ਦਿਸ਼ਾ ਰਵੀ ਦੇ ਮਾਮਲੇ ਦੇ ਵਿੱਚ ਇਹ ਟਿੱਪਣੀਆਂ ਆਈਆਂ ਨੇ ਜ਼ਮਾਨਤ ਦੇਣ ਲੱਗਿਆ, ਇਹ ਵਾਕਈ ਹੀ ਇੱਕ ਇਨਸਾਫ ਦੇ ਪ੍ਰਤੀ ਹਿੰਦੁਸਤਾਨੀਆਂ ਦਾ, ਭਾਰਤੀਆਂ ਦਾ ਜਿਹੜਾ ਉਹ ਇੱਕ ਜਜ਼ਬਾ ਜਿਹੜਾ ਹੈਗਾ ਉਹ ਮਜ਼ਬੂਤ ਹੋਇਆ। ਅਤੇ ਇਹਦੇ ਨਾਲ ਨਾਲ ਅਗਰ ਆਪਾਂ ਦੇਖੀਏ ਕਿ ਜਿੰਨੇ ਵੀ ਹੋਰ ਕੇਸ ਹੋਣਗੇ ਉਹ ਜਿਹੜੇ ਨੇ ਉਹਨਾਂ ਲੋਕਾਂ ਦੇ ਹੌਸਲੇ ਬੁਲੰਦ ਹੋਣਗੇ ਅਤੇ ਉਹ ਉਹਨਾਂ ਨੂੰ ਆਪਣੀ ਜਿਹੜੀ ਆ ਉਹ ਜਿੱਤ ਦੀ ਆਸ ਬਣੇਗੀ। ਹੁਣ ਇਹਦੇ 'ਚ ਕੀ ਹੋਇਆ, ਇਹਦੇ ਵਿੱਚ ਜਿਹੜੇ ਬਚਾਅ ਪੱਖ ਦੇ ਵਕੀਲ ਸੀ, ਦਿਸ਼ਾ ਰਵੀ ਦੇ ਵਕੀਲ ਸੀ, ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ, ਉਹਨਾਂ ਦੇ ਦਲੀਲ ਦਿੱਤੀ ਕਿ ਨਾ ਤਾਂ ਦਿਸ਼ਾ ਰਵੀ ਵੱਲੋਂ ਬਣਾਈ ਗਈ ਟੂਲ ਕਿੱਟ ਦੇ ਮਾਮਲੇ ਦੇ ਵਿੱਚ ਕੋਈ ਹਿੰਸਾ ਹੋਈ ਹੈ, ਨਾ ਹੀ ਕੋਈ ਬੰਦਾ ਅਜਿਹਾ ਸਾਹਮਣੇ ਆਇਆ ਵੀ ਜਿਹਨੇ ਕਿਹਾ ਹੋਵੇ ਕਿ ਮੈਂ ਇਸ ਟੂਲ ਕਿੱਟ ਦੇ ਕਾਰਨ ਜਿਹੜਾ ਉਹ ਪ੍ਰੇਰਿਤ ਹੋ ਕੇ ਜਿਹੜਾ ਅੱਗੇ ਇਹ ਕੰਮ ਕੀਤਾ, ਅਤੇ ਨਾ ਹੀ ਜਿਹੜਾ ਇਹ ਟੂਲ ਕਿੱਟ ਬਣਾਉਣਾ ਕੋਈ ਅਪਰਾਧ ਹੈ। ਅਤੇ ਇਹਦੇ ਨਾਲ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਜਿਹੜਾ ਉਹ ਹਿੰਦੁਸਤਾਨ ਨੂੰ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ। ਅਤੇ ਫਿਰ ਇਹ ਇਸ ਚੀਜ਼ ਦੀ ਦੇਸ਼ ਧਰੋਹ ਦੀ ਜਾਂ ਰਾਜ ਧਰੋਹ ਦੀ ਜਿਹੜੀ ਆ ਉਹ ਦੋਸ਼ੀ ਕਿਵੇਂ ਹੋ ਗਈ। ਇੱਕ ਸਾਜ਼ਿਸ਼ ਦਾ ਜਿਹੜੀ ਧਾਰਾ ਲਗਾ ਦਿੱਤੀ ਗਈ, ਜਿਹਦੇ ਜੇਕਰ ਆਪਾਂ ਸੈਜੀਟੇਸ਼ਨ ਦੇ ਨਾਲ ਸਾਜ਼ਿਸ਼ ਦੀ ਧਾਰਾ ਅਗਰ ਜੋੜ ਦਿੰਦੇ ਹਾਂ ਤਾਂ ਉਹ ਜਿਹੜੀ ਹੈ ਉਹ ਉਮਰ ਕੈਦ ਦੀ ਸਜ਼ਾ ਉਹਦੇ 'ਚ ਜਾਂਦੀ ਹੈ। ਅਤੇ ਜੇ ਦੋਨੋਂ ਧਾਰਾਵਾਂ ਦੇ ਵਿੱਚ ਹੋ ਜੇ ਤਾਂ ਫਿਰ ਉਹ ਇਨਪ੍ਰਿਜ਼ਨਮੈਂਟ ਫॉर ਲਾਈਫ ਵੀ ਚਲੀ ਜਾਂਦੀ ਹੈ, ਯਾਨੀ ਤਾਂ ਉਮਰ ਬੰਦੇ ਨੂੰ ਜੇਲ੍ਹ 'ਚ ਰਹਿਣਾ ਪੈਸਾ। ਇੱਡੀ ਵੱਡੀ ਖਤਰਨਾਕ ਜਿਹੜੀ ਆ ਉਹ ਧਾਰਾ ਲਗਾ ਕੇ ਉਸ ਲੜਕੀ ਨੂੰ 22 ਸਾਲ ਦੀ ਲੜਕੀ ਨੂੰ ਜਿਹੜਾ ਉਹ ਜੇਲ੍ਹ 'ਚ ਭੇਜ ਦਿੱਤਾ ਗਿਆ। ਅਤੇ ਜੇਕਰ ਅਦਾਲਤਾਂ ਇਸ ਉੱਤੇ ਸਹੀ ਪੱਖ, ਸਹੀ ਦਲੀਲਾਂ ਦੇ ਨਾਲ ਜਿਹੜੀਆਂ ਉਹ ਸਹੀ ਸੋਚ ਦੇ ਨਾਲ ਨਹੀਂ ਚੱਲਦੀਆਂ ਤਾਂ ਉਹਦੀ ਤਾਂ ਸਾਰੀ ਜ਼ਿੰਦਗੀ ਖਤਮ ਹੋ ਗਈ ਸੀ, ਉਹ ਤਾਂ ਖਤਮ ਹੋ ਗਈ ਸੀ ਮੁੜ ਕੇ, ਯਾਨੀ ਕਿ ਉਹ ਜੇਲ੍ਹ ਜੋਗੀ ਰਹਿ ਗਈ ਸੀ ਬਿਨਾਂ ਕੋਈ ਐਡਾ ਵੱਡਾ ਕਸੂਰ ਕੀਤਿਆਂ। ਠੀਕ ਹੈ, ਇਹ ਉਹ ਕਹਿੰਦੀ ਆ ਵੀ ਜੇਕਰ ਸਰਕਾਰਾਂ, ਦਿਸ਼ਾ ਰਵੀ ਦਾ ਅਗਰ ਤੁਸੀਂ ਬਿਆਨ ਸੁਣੋ ਤਾਂ ਬੜਾ ਉਹਨੂੰ ਸਲੂਟ ਕਰਨ ਨੂੰ ਡੀਲ ਕਰਦਾ ਕਿ ਜੇਕਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣਾ ਲਈ ਮੈਨੂੰ ਜੇਲ੍ਹ 'ਚ ਭੇਜਿਆ ਜਾਂਦਾ ਤਾਂ ਕਹਿੰਦੀ ਮੈਂ ਸਾਰੀ ਉਮਰ ਜੇਲ੍ਹ 'ਚ ਰਹਿਣ ਨੂੰ ਤਿਆਰ ਹਾਂ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇੱਕ ਨੌਜਵਾਨ ਪੀੜ੍ਹੀ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਜੇ ਹੌਸਲੇ ਜਿਹੜੇ ਨੇ ਉਹ ਬੁਲੰਦ ਹੁੰਦੇ ਨੇ, ਜਿਹੜੇ ਸੁਣਦੇ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ। ਕੋਈ, ਮੈਂ ਕਹਿੰਦਾ ਕੋਈ ਐਡਾ ਵੱਡਾ, ਠੀਕ ਹੈ ਹਿੰਸਾ ਹੋਈ ਹੈ, ਅਸੀਂ ਵੀ ਉਹਦੀ ਨਿੰਦਾ ਕਰਦੇ ਹਾਂ। 26 ਜਨਵਰੀ ਜੋ ਕੁਛ ਹੋਇਆ, ਹਿੰਸਾ ਹੋਈ, ਉਹਦੀ ਜਿਹੜੀ ਅਸੀਂ ਨਿੰਦਾ ਕਰਦੇ ਹਾਂ। ਪਰ ਜਿਵੇਂ ਕਿ ਰਵੀ ਸਿੰਘ ਖਾਲਸਾ ਉਹਨਾਂ ਨੇ, ਖਾਲਸਾ ਏਡ ਵਾਲਿਆਂ ਨੇ ਕਿਹਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ 26 ਜਨਵਰੀ ਨੂੰ ਐਡਾ ਬੜਾ ਜਿਹੜਾ ਤਾਮਝਾਮ ਹੁੰਦਾ, ਉੱਥੇ ਹੈਲੀਕਾਪਟਰ ਉੱਡ ਰਹੇ ਹੁੰਦੇ ਨੇ ਉੱਪਰ, ਅਤੇ ਸੁਰੱਖਿਆ ਦੇ ਐਡੇ ਵੱਡੇ ਪਹਿਰੇ ਹੁੰਦੇ ਨੇ, ਚਾਰੇ ਪਾਸੇ ਮਿਜ਼ਾਈਲਾਂ ਗੱਡੀਆਂ ਹੁੰਦੀਆਂ ਨੇ, ਫੌਜ ਉੱਥੇ ਹੁੰਦੀ ਹੈ ਸਾਰੀ, ਅਤੇ ਇਹਦੇ ਬਾਵਜੂਦ ਵੀ ਉੱਥੇ ਜਾ ਕੇ ਕੁਛ ਲੋਕ ਜਾ ਕੇ ਉੱਥੇ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਝੰਡਾ ਲਹਿਰਾ ਦਿੰਦੇ ਨੇ। ਅਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇਹ ਇੱਕ ਸੇਫ ਪੈਸੇਜ ਦਿੱਤਾ ਗਿਆ ਵੀ ਜਾਓ ਉੱਥੇ ਜਾ ਕੇ ਤੁਸੀਂ ਆਪਣੀ ਕਾਰਵਾਈ ਪਾਓ, ਅਤੇ ਉਸ ਤੋਂ ਬਾਅਦ ਅਸੀਂ ਇਸ ਅੰਦੋਲਨ ਨੂੰ ਆਖਾਂਗੇ ਵੀ ਇੱਥੇ ਹਿੰਸਾ ਕਰ ਰਹੇ ਨੇ, ਇਹ ਤਾਂ ਗੜਬੜ ਕਰ ਰਹੇ ਨੇ, ਤਾਂ ਕਰਕੇ ਅਸੀਂ ਇਹਨਾਂ ਨੂੰ ਹਟਾ ਰਹੇ ਹਾਂ। ਕਿਉਂਕਿ ਅਦਾਲਤ ਨੇ ਵੀ ਇਹ ਕਹਿਤਾ ਸੀਗਾ ਕਿ ਉਸ ਤੋਂ ਪਹਿਲਾਂ ਅਗਰ ਹਾਲਾਤ ਤੁਸੀਂ ਚੱਲੋ ਤਾਂ ਅਦਾਲਤ ਨੇ ਕਿਹਾ ਸੀ ਵੀ ਇਹ ਸ਼ਾਂਤਮਈ ਬੈਠੇ ਨੇ, ਇਹਨਾਂ ਨੂੰ ਛੇੜਨ ਪਾਈ ਗਈ ਸੀ, ਹਾਂ ਵੀ ਇਹਨਾਂ ਨੂੰ ਆਪਾਂ ਨਹੀਂ ਹਟਾ ਸਕਦੇ। ਅਤੇ ਕਿਉਂਕਿ ਉਸ ਵੇਲੇ ਹਿੰਸਾ ਹੋਈ ਅਤੇ ਉਸ ਤੋਂ ਬਾਅਦ ਸਰਕਾਰ ਕੋਲ ਇੱਕ ਆ ਗਿਆ, ਪੱਖ ਆ ਗਿਆ, ਉਹਨਾਂ ਕੋਲ ਇੱਕ ਬਿਆਨ ਆ ਗਿਆ ਕਿ ਇਹ ਚੀਜ਼ ਜਿਹੜੀ ਹੈ ਜੀ ਇਹ ਤਾਂ ਹਿੰਸਾ ਕਰ ਰਹੇ ਨੇ ਜੀ, ਅਸੀਂ ਇਹਨਾਂ ਨੂੰ ਹਟਾਵਾਂਗੇ, ਅਤੇ ਉਹੀ ਕੁਛ ਹੋਇਆ ਵੀ। ਜੇਕਰ ਉਸ ਟਾਈਮ ਰਾਕੇਸ਼ ਟਿਕੈਤ ਦੀ ਇੱਕ ਇਮੋਸ਼ਨਲ ਸਪੀਚ ਨਾ ਆਉਂਦੀ ਤਾਂ ਇਹ ਲੋਕਾਂ ਨੂੰ ਕੁੱਟ ਕੇ ਬੁਰੇ ਹਾਲ ਕਰਕੇ ਉਹਨਾਂ ਨੂੰ ਉੱਥੋਂ ਜਿਹੜਾ ਹਟਾ ਦਿੰਦੇ। ਪਰ ਕੁਲਵੰਤ ਜੀ ਇੱਥੇ ਇੱਕ ਗੱਲ ਇਹ ਦੇਖਣ ਵਾਲੀ ਵੀ ਤਾਂ ਹੈ ਨਾ ਕਿ ਸਾਡੇ ਆਪਣੇ ਬੰਦੇ ਹੀ ਜਿਹੜੇ ਕਿਸਾਨ ਅੰਦੋਲਨ ਆ ਉਹਨੂੰ ਖੋਰਾ ਲਾ ਰਹੇ ਨੇ ਪਿੱਛੇ। ਹੁਣ ਕੱਲ੍ਹ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ, ਉਹ ਕਹਿ ਰਹੇ ਨੇ ਕਿ ਇਹ ਤਾਂ ਸਾਡੇ ਵੱਲੋਂ ਸਪੋਰਟ ਕੀਤਾ ਗਿਆ ਸੀ, ਅਸੀਂ ਸਾਰਾ ਕੁਛ ਉਹਨਾਂ ਨੂੰ ਕਿਹਾ ਸੀ ਅਤੇ ਜਾ ਕੇ ਉਹਨਾਂ ਨੇ ਕੀਤਾ। ਉਹ ਤਾਂ ਫਿਰ ਖਾਲਿਸਤਾਨੀ ਤਾਂ ਉਹਦਾ ਸਿੱਧਾ ਉਹ ਕੀ ਨਾਮ ਹੈ ਆਪਣਾ ਬਲੇਮ ਲੈ ਰਹੇ ਨੇ, ਉਹਨੂੰ ਉਹਦੇ ਉੱਪਰ ਆਪਣਾ ਉੱਪਰ ਦਾਅਵਾ ਪ੍ਰਗਟ ਕਰ ਰਹੇ ਨੇ ਕਿ ਅਸੀਂ ਕਰਵਾਇਆ ਇਹ ਸਾਰਾ ਕੁਝ। ਹੁਣ ਫਿਰ ਸਰਕਾਰ ਕਿਉਂ ਨਾ ਕਹੇ ਵੀ ਖਾਲਿਸਤਾਨੀਆਂ ਦਾ ਅੰਦੋਲਨ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਚੀਜ਼, ਮੈਂ ਕੱਲ੍ਹ ਵੀ ਇਸ ਚੀਜ਼ ਪ੍ਰੋਗਰਾਮ ਵਿੱਚ ਗੱਲ ਬੋਲੀ ਸੀ ਕਿ ਅੱਜ ਵੀ ਬੋਲ ਰਿਹਾ ਕਿ ਇਹ ਚੀਜ਼ ਜਿਹੜੇ ਕਿਸਾਨ ਅੰਦੋਲਨ ਚਲਾ ਰਹੇ ਨੇ ਇਹ ਉਹਨਾਂ ਨੇ ਸੋਚਣੀ ਹੈ ਵੀ ਅਸੀਂ ਇਸ ਨੂੰ ਕਿਸ ਢੰਗ ਨਾਲ ਲੈਣਾ। ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਬੰਦੇ ਇੱਥੋਂ ਜਾ ਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਟੀਚਾ ਸਿਰਫ ਇੱਕੋ ਇੱਕ ਹੈ ਕਿ ਕਾਨੂੰਨ ਰੱਦ ਕਰਾਉਣਾ। ਲੇਕਿਨ ਇਹਦੇ ਨਾਲ ਨਾਲ ਜਿਹੜੇ ਬੰਦੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਟੀਚਾ ਇੱਕ ਆਪਣੇ ਗਰੁੱਪ ਨੂੰ, ਆਪਣੇ ਜਥੇਬੰਦੀ ਨੂੰ ਜਿਹੜਾ ਉਭਾਰਨਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕਿਉਂਕਿ ਇਹ ਅੰਦੋਲਨ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੀ ਨਿਗਾਹ ਦੇ ਵਿੱਚ ਹੈ। ਪੂਰੇ ਵਿਸ਼ਵ ਦੀਆਂ ਨਿਗਾਹਾਂ ਇਹਦੇ ਅੰਦੋਲਨ 'ਤੇ ਟਿਕੀਆਂ ਹੋਈਆਂ ਨੇ, ਅਤੇ ਜਦੋਂ ਵਿਸ਼ਵ ਦੀਆਂ ਨਿਗਾਹਾਂ ਇਸ ਅੰਦੋਲਨ 'ਤੇ ਟਿਕੀਆਂ ਹੋਈਆਂ ਨੇ ਤਾਂ ਉਹ ਇਹਦੇ ਵਿੱਚ ਖਾਲਿਸਤਾਨ ਦੀ ਗੱਲ ਨੂੰ ਉਭਾਰ ਕੇ ਆਪਣੀ ਗੱਲ ਜਿਹੜੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਚਾਹੁੰਦੇ ਨੇ। ਹੁਣ ਇਹਦੇ ਵਿੱਚ ਇਹਨੂੰ ਆਪਾਂ ਉਦਾਹਰਨ ਦੇ ਵਜੋਂ ਲੈਂਦੇ ਹਾਂ ਕਸ਼ਮੀਰ ਦੇ ਮਾਮਲੇ ਵਿੱਚ। ਕਸ਼ਮੀਰ ਦੇ ਮਾਮਲੇ ਨੂੰ ਅਗਰ ਦੇਖਿਆ ਜਾਵੇ ਤਾਂ ਉਹ ਭਾਰਤ ਇਹ ਕਹਿੰਦਾ ਵੀ ਦੋ ਦੇਸ਼ਾਂ ਦਾ ਅੰਦਰੂਨੀ ਮਾਮਲਾ ਹੈ, ਪਰ
ਕਸ਼ਮੀਰ ਦਾ ਮਾਮਲਾ ਪਾਕਿਸਤਾਨ ਜਿਹੜਾ ਉਹ UNO 'ਚ ਵੀ ਚੱਕਦਾ, ਉਹ ਸਿਕਿਉਰਿਟੀ ਕਾਊਂਸਲ ਦੀ ਉਹਦੇ ਵਿੱਚ ਵੀ ਚੱਕਦਾ, ਵਿਸ਼ਵ ਪੱਧਰ ਦੇ ਵਿੱਚ ਜਿੱਥੇ ਵੀ ਜਾਂਦੇ ਨੇ, ਪਾਰਲੀਮੈਂਟਾਂ 'ਚ ਜਾਂਦੇ ਨੇ ਜਾਂ ਉੱਥੇ ਜਾ ਕੇ ਉਹ ਮਿਲਦੇ ਨੇ ਰਾਸ਼ਟਰ ਮੁੱਖਾਂ ਨੂੰ, ਤਾਂ ਉੱਥੇ ਉਹ ਜਿਹੜਾ ਇਹ ਮਸਲਾ ਚੱਕਦੇ ਨੇ, ਕਿਉਂਕਿ ਉਹ ਮਸਲਾ ਪ੍ਰੈਸ ਦੇ ਸਾਹਮਣੇ ਚੱਕਿਆ ਜਾਂਦਾ ਤੇ ਉਹ ਮਸਲਾ ਜਿਹੜਾ ਫਿਰ ਉਹ ਸਾਰੇ ਉਸ ਦੇਸ਼ ਦੇ ਵਿੱਚ ਫੈਲ ਜਾਂਦਾ, ਪ੍ਰੈਸ ਜਿਹੜੀ ਆ ਉਹ ਬਿਆਨ ਉਹਦੇ ਲਾ ਦਿੰਦੀ ਹੈ। ਇਸੇ ਤਰ੍ਹਾਂ ਇਸ ਮਸਲੇ ਨੂੰ ਵੀ ਜਿਹੜਾ ਇਸ ਵੇਲੇ ਨਿਗਾਹ ਜਿਹੜੀ ਆ ਸਾਰੀ ਉਹ ਟਿਕੀ ਹੋਈ ਆ, ਵਿਸ਼ਵ ਦੀ ਮੀਡੀਆ ਦੀ ਵੀ ਨਿਗਾਹ ਟਿਕੀ ਹੋਈ ਆ, ਵਿਸ਼ਵ ਭਾਈਚਾਰੇ ਦੀ ਵੀ ਨਿਗਾਹ ਟਿਕੀ ਹੋਈ ਆ ਤੇ ਉਹ ਜਿਹੜੀਆਂ ਖਬਰਾਂ ਨੇ ਉਹ ਸਾਰੀਆਂ ਪ੍ਰਕਾਸ਼ਿਤ ਹੁੰਦੀਆਂ ਨੇ ਵੀ ਇੱਥੇ ਕੀ ਹੋ ਰਿਹਾ। ਉਹ ਕਹਿੰਦੇ ਨੇ ਇੱਥੇ ਖਾਲਿਸਤਾਨੀ ਹੈ, ਖਾਲਿਸਤਾਨੀ ਕਹਿੰਦੇ ਅਸੀਂ ਜੱਥੇ ਲੈ ਕੇ ਜਾ ਰਹੇ ਹਾਂ। ਵਿਸ਼ਵ ਪੱਧਰ ਦੇ ਉੱਤੇ ਇਹਦੀ ਰਿਪੋਰਟਿੰਗ ਹੁੰਦੀ ਹੈ। ਜਦੋਂ ਰਿਪੋਰਟਿੰਗ ਹੁੰਦੀ ਹੈ ਤੇ ਆਲ ਓਵਰ ਵਰਲਡ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਖਾਲਿਸਤਾਨ ਦਾ ਮੁੱਦਾ ਚੱਕਿਆ ਜਾ ਰਿਹਾ। ਉਹ ਇਹ ਚੀਜ਼ ਕਿਸਾਨਾਂ ਨੇ ਦੇਖਣੀ ਹੈ ਕਿ ਖਾਲਿਸਤਾਨ ਦਾ ਮੁੱਦਾ ਉਹਨਾਂ ਨੂੰ ਪਸੰਦ ਹੈ, ਕੀ ਖਾਲਿਸਤਾਨ ਉਹ ਚਾਹੁੰਦੇ ਨੇ, ਜਾਂ ਫਿਰ ਉਹ ਆਪਣੇ ਸਿਰਫ ਤੇ ਸਿਰਫ ਅੰਦੋਲਨ 'ਤੇ ਧਿਆਨ ਦੇਣਾ ਚਾਹੁੰਦੇ ਨੇ। ਜੇ ਉਹ ਅੰਦੋਲਨ 'ਤੇ ਧਿਆਨ ਦੇਣਾ ਚਾਹੁੰਦੇ ਨੇ ਤਾਂ ਜਿਹੜੇ ਬੰਦੇ ਖਾਲਿਸਤਾਨ ਦੀ ਉੱਥੇ ਗੱਲ ਕਰਦੇ ਨੇ ਉਹਨਾਂ ਨਾਲ ਬੈਠ ਕੇ ਗੱਲ ਕਰਨ। ਜੇ ਉਹਨਾਂ ਨੂੰ ਦੋਨਾਂ ਦੇ ਵਿੱਚੋਂ ਜਿਹੜਾ ਵੀ ਇੱਕ ਵਿਚਾਰਦਾਂ ਦੇ ਮਤਭੇਦ ਹੁੰਦਾ ਤਾਂ ਫਿਰ ਉਹ ਬੈਠ ਕੇ ਉਸ ਚੀਜ਼ ਦਾ ਹੱਲ ਕੱਢਣ ਵੀ ਅਸੀਂ ਇਹਨੂੰ ਕੀ ਕਰਨਾ ਹੈਗਾ। ਉਹ ਤਾਂ ਚਲੋ ਰਾਜੇਵਾਲ ਸਾਹਿਬ ਆਲਰੇਡੀ ਸਟੇਜ ਦੇ ਉੱਪਰੋਂ ਕਹਿ ਚੁੱਕੇ ਨੇ ਨਾ, ਸਿੰਗਲ ਸਟੇਜ ਦੇ ਉੱਪਰੋਂ, ਕਿ ਜਿਨ੍ਹਾਂ ਨੇ ਖਾਲਿਸਤਾਨ ਦੀ ਆਪਣੀ ਮੂਵਮੈਂਟ ਚਲਾਉਣੀ ਆ ਉਹ ਆਪਣੀ ਮੂਵਮੈਂਟ ਆਪਣੀ ਵੱਖ ਜਾ ਕੇ ਚਲਾ ਸਕਦੇ ਨੇ। ਸਾਡਾ ਇੱਕੋ ਇੱਕ ਮਸਲਾ ਕਿ ਅਸੀਂ ਇਹ 3 ਜਿਹੜੇ ਕਾਨੂੰਨ ਨੇ ਉਹ ਰੱਦ ਕਰਾਣੇ ਨੇ। ਉੱਥੇ ਜਾ ਰਹੇ ਨੇ ਨਾ ਜੀ। ਬਹਿਰਹਾਲ ਇਹਦੇ ਤੋਂ ਆਪਾਂ ਅੱਗੇ ਵਧਦੇ ਹਾਂ ਥੋੜਾ, ਕਿ ਤੁਸੀਂ ਗੱਲ ਕਰੀਏ ਸੈਡੀਸ਼ਨ ਦੀ। ਹੁਣ ਸੈਡੀਸ਼ਨ ਹੈ ਜਿਹੜਾ 1870 ਦਾ ਅੰਗਰੇਜ਼ਾਂ ਦੇ ਟਾਈਮ ਦਾ ਇੱਕ ਕਾਨੂੰਨ ਹੈ, ਉਹਨੂੰ ਅਸੀਂ ਰਾਜ ਧਰੋ ਸੈਡੀਸ਼ਨ ਹੈ ਜਿਹੜਾ ਉਹਨੂੰ ਹੁਣ ਕੰਟੀਨਿਊ ਕਰਿਆ ਆਪਣੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਜਿਹੜਾ ਸੰਵਿਧਾਨ ਹੈ ਇਹਦੇ ਵਿੱਚ ਲੈ ਕੇ ਆਂਦਾ। ਹੁਣ ਇਹ ਮੈਂ ਲਾਈਨ ਟੂ ਲਾਈਨ ਪੜ੍ਹ ਰਿਹਾ ਕਿ ਇਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਕਹਿੰਦੀ ਹੈ ਕਿ ਇਟ ਐਕਸਾਈਟਸ ਔਰ ਅਟੈਂਪਟਸ ਟੂ ਐਕਸਾਈਟ ਅਫੈਕਸ਼ਨ ਟੂਵਰਡਸ ਦੀ ਗਵਰਨਮੈਂਟ। ਹੁਣ ਇਹ ਕਹਿੰਦੀ ਹੈ ਵੀ ਜੇ ਜਿਹੜੀ ਗਵਰਨਮੈਂਟ ਹੈ, ਰੂਲਿੰਗ ਪਾਰਟੀ ਹੈ, ਗਵਰਨਮੈਂਟ ਦੇ ਖਿਲਾਫ ਜੇਕਰ ਲੋਕਾਂ ਨੂੰ ਭੜਕਾਉਂਦੇ ਨੇ, ਜੀ ਲੋਕਾਂ ਨੂੰ ਭੜਕਾਉਂਦੇ ਨੇ, ਤਾਂ ਉਹਨਾਂ ਬੰਦਿਆਂ ਦੇ ਖਿਲਾਫ ਇਹ ਸੈਡੀਸ਼ਨ ਦਾ ਚਾਰਜ ਲੱਗ ਸਕਦਾ ਹੈ। ਜਿਹੜੀ ਕੱਲ ਪਰ ਧਰਮਿੰਦਰ ਰਾਣਾ ਜੀ ਕਹਿ ਰਹੇ ਨੇ ਜੇਕਰ ਸਰਕਾਰ ਦੇ ਖਿਲਾਫ ਕੋਈ ਗੱਲ ਹੁੰਦੀ ਹੈ, ਘੋਰ ਤੋਂ ਘੋਰ ਵੀ ਜੇ ਉਹਦੀ ਨਿੰਦਾ ਕੋਈ ਬੰਦਾ ਕਰਦਾ ਹੈ ਤਾਂ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਕੰਟਰਾਡਿਕਟਰੀ ਨਹੀਂ ਲੱਗਦੀਆਂ ਇਹ ਦੋਨੇ ਚੀਜ਼ਾਂ? ਬਿਲਕੁਲ। ਇਹਦੇ 'ਚ ਦੇਖੋ, ਇੱਕ ਪਾਸੇ ਤਾਂ ਸੰਵਿਧਾਨ ਦੇ ਵਿੱਚ, ਸਾਡੇ ਸੰਵਿਧਾਨ 'ਚ ਇਹ ਲਿਖਿਆ ਗਿਆ ਕਿ ਸ਼ਾਂਤਮਈ ਢੰਗ ਦੇ ਨਾਲ ਅਸੀਂ ਜਿਹੜਾ ਕੋਈ ਵੀ ਅੰਦੋਲਨ ਕਰ ਸਕਦੇ ਹਾਂ, ਸਾਡਾ ਹੱਕ ਹੈ। ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਆਪਾ ਵਿਰੋਧੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹਨਾਂ ਚੀਜ਼ਾਂ ਦੀ ਆੜ ਦੇ ਵਿੱਚ ਹੀ ਸਰਕਾਰਾਂ ਪਹਿਲਾਂ ਵੀ ਜਿਹੜਾ ਲੋਕਾਂ ਦੀ ਆਵਾਜ਼ ਦਬਾਉਂਦੀਆਂ ਆਈਆਂ ਨੇ ਤੇ ਅੱਗੋਂ ਵੀ ਦਬਾਉਂਦੀਆਂ ਰਹਿਣਗੀਆਂ। ਇਹ ਇੱਕ ਅਜਿਹਾ ਕਾਨੂੰਨ ਹੈ ਜਿਹਦੇ ਉੱਤੇ ਵਾਰ-ਵਾਰ ਚਰਚਾ ਹੋਈ ਹੈ ਤੇ ਵਾਰ-ਵਾਰ ਇਸ ਦੇ ਰੂਪ ਬਦਲਦੇ ਰਹੇ ਨੇ। ਕਦੇ ਉਹ ਪੋਟਾ ਦੇ ਰੂਪ 'ਚ ਆਉਂਦਾ ਰਿਹਾ, ਕਦੇ ਉਹ ਟਾਟਾ ਦੇ ਰੂਪ 'ਚ ਆਉਂਦਾ ਰਿਹਾ, ਕਦੇ ਉਹ ਕਿਸੇ ਹੋਰ ਸ਼ਕਲ 'ਚ ਆਉਂਦਾ ਰਿਹਾ, ਤੇ ਅੱਜ ਕੱਲ੍ਹ ਉਹ UAPA ਦੇ ਵਿੱਚ ਰੂਪ ਦੇ ਵਿੱਚ ਆਇਆ ਹੋਇਆ। ਬਹੁਤ ਚੀਜ਼ਾਂ ਜਿਹੜੀਆਂ ਨੇ ਅਜਿਹੀਆਂ ਨੇ ਜਿਹੜੀਆਂ ਕਿ ਇਹਦੇ ਵਿੱਚ ਆਈਆਂ ਨੇ, ਪਰ ਇਹਦੇ ਨਾਲ ਇਹ ਜਿਹੜੀਆਂ ਧਾਰਾਵਾਂ ਨੇ ਉਹਨਾਂ ਹਾਲਾਤਾਂ 'ਚ ਲੱਗਦੀਆਂ ਨੇ ਜਦੋਂ ਕੋਈ ਬਹੁਤ ਵੱਡਾ ਦੰਗਾ ਕਰਾ ਦਿੱਤਾ ਜਾਵੇ, ਬਹੁਤ ਵੱਡਾ, ਜਿਹਦੇ ਨਾਲ ਜਿਹੜਾ ਉਹ ਸਰਕਾਰ ਨੂੰ ਜਿਹੜਾ ਹਿੰਸਾ ਹੁੰਦੀ, ਜਿਹਦੇ 'ਚ ਹਿੰਸਾ ਹੁੰਦੀ ਹੈ, ਜਾਨੀ ਮਾਲੀ ਨੁਕਸਾਨ ਹੁੰਦਾ, ਉਸ ਦੌਰਾਨ ਇਹ ਜਿਹੜੀ ਧਾਰਾ ਜਿਹੜੀ ਆ ਉਹਨਾਂ ਲੋਕਾਂ ਦੇ ਉੱਤੇ ਲਗਾਈ ਜਾਂਦੀ ਹੈ। ਪਰ ਇੱਥੇ ਜਿਨ੍ਹਾਂ ਲੋਕਾਂ ਦੇ ਉੱਤੇ ਲਗਾਈ ਗਈ ਆ ਉਹਨਾਂ ਦੇ ਖਿਲਾਫ ਤਾਂ ਇਹ ਚੀਜ਼ਾਂ ਸਾਬਤ ਨਹੀਂ। ਅਦਾਲਤ ਨੇ ਵੱਡੀ ਟਿੱਪਣੀ ਕਰ ਦਿੱਤੀ ਇਸ ਚੀਜ਼ ਦੇ ਉੱਤੇ ਕਿ ਇਹ ਜਿਹੜਾ ਸ਼ਾਂਤਮਈ ਢੰਗ ਨਾਲ ਜੇ ਕੋਈ ਆਵਾਜ਼ ਚੱਕ ਰਿਹਾ ਕਿ ਜਿਹਦੇ 'ਤੇ ਸਾਬਤ ਹੀ ਨਹੀਂ ਹੋ ਰਿਹਾ ਇਸ ਚੀਜ਼ ਦਾ, ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਵੀ ਇਹ ਰਾਜ ਧਰੋਹ ਕੀਤਾ ਇਹਨਾਂ ਨੇ ਚੀਜ਼ਾਂ ਨੇ। ਇਸ ਮੁੱਦੇ ਦੇ ਉੱਤੇ ਮੇਰਾ ਆਖਰੀ ਸਵਾਲ, ਜੱਜ ਵੱਡੇ ਜਾਂ ਕਾਨੂੰਨ ਵੱਡਾ? ਦੇਖੋ, ਹਮੇਸ਼ਾ ਜੱਜ ਵੱਡਾ ਹੁੰਦਾ ਜੀ। ਸੁਪਰੀਮ ਕੋਰਟ ਨੇ ਪਹਿਲਾਂ ਵੀ ਕਈ ਐਸੇ ਜਿਹੜੀਆਂ ਧਾਰਾਵਾਂ ਨੇ ਉਹ ਮਨਸੂਖ ਕੀਤੀਆਂ ਨੇ, ਜਿਹੜੀਆਂ ਕਿ ਬਣਾਈਆਂ ਗਈਆਂ ਸੀਗੀਆਂ ਪਾਰਲੀਮੈਂਟਾਂ ਵੱਲੋਂ, ਕਾਨੂੰਨ ਬਣਾਏ ਗਏ ਸੀਗੇ, ਤੇ ਕਾਨੂੰਨ ਦੇ ਉੱਤੇ ਜਿਹੜਾ ਉਹਨਾਂ ਨੇ ਜਦੋਂ ਇਹ ਚੀਜ਼ਾਂ ਸਾਬਤ ਹੋਈਆਂ ਵੀ ਇਹ ਕਾਨੂੰਨ ਜਿਹੜੇ ਨੇ ਲੋਕਾਂ ਦੇ ਨੁਕਸਾਨਦਾਇਕ ਨੇ, ਤਾਂ ਉਹਨਾਂ ਨੇ ਉਹ ਧਾਰਾਵਾਂ ਨੂੰ ਮਨਸੂਖ ਕੀਤਾ। ਮੈਂ ਉਹਦੇ 'ਚ ਉਦਾਹਰਨਾਂ ਦੇ ਦਿੰਦਾ। ਉਹਦੇ 'ਚ ਧਾਰਾ 377 ਹੈ ਜਿਹੜੀ ਕਿ ਹੁਣ ਪਿੱਛੇ ਜੇ ਮਨਸੂਖ ਹੋਈ। ਧਾਰਾ 303 ਹੈ। ਉਹ ਧਾਰਾ 303 ਜਿਹੜੀ ਹੈਗੀ ਆ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਬੰਦਾ ਹੱਤਿਆ ਦਾ ਦੋਸ਼ੀ, ਕਤਲ ਦਾ ਦੋਸ਼ੀ ਜੇਕਰ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤੇ ਜੇਲ੍ਹ ਦੇ ਵਿੱਚ ਵੀ ਜਾ ਕੇ ਉਹ ਕਤਲ ਕਰ ਦੇ, ਜੇਲ੍ਹ ਦੇ ਵਿੱਚ ਅੰਦਰ ਜਾ ਕੇ ਉਹ ਫਿਰ ਕਤਲ ਕਰ ਦੇ, ਤਾਂ ਉਸ ਨੂੰ ਸਜ਼ਾਏ ਮੌਤ ਤੋਂ ਘੱਟ ਕੋਈ ਸਜ਼ਾ ਹੈ ਹੀ ਨਹੀਂ। ਡਬਲ ਮਰਡਰ ਦੇ ਵਿੱਚ ਮਤਲਬ ਨਹੀਂ, ਡਬਲ ਮਰਡਰ ਤਾਂ ਬਾਹਰ ਵੀ ਹੁੰਦੇ ਨੇ ਨਾ, ਡਬਲ ਮਰਡਰ ਉਹ ਬਾਹਰ ਵੀ ਹੁੰਦੇ ਨੇ। ਇੱਕ ਬਾਹਰ ਮਰਡਰ ਤੇ ਇੱਕ ਜੇਲ੍ਹ ਦੇ ਅੰਦਰ ਮਰਡਰ। ਜੇਕਰ ਬਾਹਰ ਜੇ ਉਹ 10 ਮਰਡਰ ਵੀ ਕਰ ਦਿੰਦਾ ਤਾਂ ਉਸ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਲੇਕਿਨ ਇੱਕ ਮਰਡਰ ਕਰਕੇ, ਹੱਤਿਆ ਕਰਕੇ ਉਹ ਜੇਲ੍ਹ 'ਚ ਜਾਂਦਾ, ਉਮਰ ਕੈਦ ਦੀ ਸਜ਼ਾ ਕੱਟ ਰਿਹਾ ਉਹ, ਤੇ ਉਮਰ ਕੈਦ ਦੀ ਸਜ਼ਾ ਦੇ ਦੌਰਾਨ ਉਹ ਇੱਕ ਹੱਤਿਆ ਜੇਲ੍ਹ ਦੇ ਵਿੱਚ ਕਰ ਦਿੰਦਾ,
ਤੇ ਉਸ ਦੇ ਉੱਤੇ ਧਾਰਾ 303 ਲੱਗਦੀ ਹੈ। 303 ਦਾ ਮਤਲਬ ਹੈ ਵੀ ਸਜ਼ਾਏ ਮੌਤ ਤੋਂ ਘੱਟ ਉਹਦੇ ਤੇ ਕੋਈ ਚਰਚਾ ਹੀ ਨਹੀਂ ਹੈਗੀ, ਉਹ ਸਿਰਫ ਤੇ ਸਿਰਫ ਸਜ਼ਾਏ ਮੌਤ ਹੋਊਗੀ। ਉਹ ਧਾਰਾ ਜਿਹੜੀ ਆ ਉਹ ਮਨਸੂਖ ਕਰ ਦਿੱਤੀ ਗਈ। ਇਹਦਾ ਮਤਲਬ ਇਹ ਹੈ ਕਿ ਜੱਜ ਵੱਡੇ ਨੇ, ਜੱਜਾਂ ਨੇ ਪਹਿਲਾਂ, ਹੁਣ ਪਿੱਛੇ ਵੀ ਇਹ ਗੱਲ ਕੀਤੀ ਸੀ ਕਿ ਜੇ ਤੁਸੀਂ ਪਾਰਲੀਮੈਂਟ ਨੂੰ ਕਿਹਾ ਸੀਗਾ ਕਿ ਜੇਕਰ ਤੁਸੀਂ ਇਸ ਕਾਨੂੰਨਾਂ ਨੂੰ ਨਹੀਂ ਵਾਪਸ ਲੈਂਦੇ ਤਾਂ ਸਾਨੂੰ ਕੋਈ ਕਦਮ ਚੱਕਣਾ ਪਏਗਾ ਜੀ। ਤੇ ਉਹੀ ਗੱਲ ਹੋਈ ਕਿ ਇਹ ਕਾਨੂੰਨ ਜਿਹੜੇ ਨੇ ਉਹ ਮੁਅੱਤਲ ਕੀਤੇ ਹੋਏ ਨੇ ਇਸ ਵੇਲੇ। ਇਸ ਦਾ ਮਤਲਬ ਇਹ ਹੈ ਕਿ ਇਸ ਵੇਲੇ ਨਹੀਂ ਕਿ ਹਿੰਦੁਸਤਾਨ ਦੀ ਜਿਹੜੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਕਾਨੂੰਨ ਦੇ ਅਨੁਸਾਰ ਜੱਜ ਵੱਡੇ ਨੇ ਜੀ, ਤੇ ਜੱਜ ਵੱਡੇ ਰਹਿਣਾ ਹੀ ਜਿਹੜੀ ਆ ਉਹ ਜਿਹੜਾ ਲੋਕਤੰਤਰ ਦੇ ਹੱਕ ਦੇ ਵਿੱਚ ਰਹੇਗਾ। ਕਿਉਂਕਿ ਕਾਨੂੰਨ ਜਿਹੜੇ ਨੇ ਉਹ ਸਰਕਾਰਾਂ ਬਣਾ ਕੇ ਥੋਪ ਦਿੰਦੀਆਂ ਨੇ, ਲੇਕਿਨ ਉਹਦੇ ਉੱਤੇ ਜਿਹੜੀਆਂ ਚਰਚਾ ਹੁੰਦੀ ਆ ਉਹ ਜਿਹੜੀ ਜਾ ਕੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੁੰਦੀ ਆ। ਵੈਸੇ ਜੀ ਕੁਲਵੰਤ ਜੀ, ਤੁਹਾਨੂੰ ਇੱਕ ਇੱਥੇ ਗੱਲ ਮੈਂ ਜ਼ਰੂਰ ਦੱਸ ਦੇਵਾਂ ਕਿ ਇਸੇ ਚਰਚਾ ਦੇ ਕਾਰਨ ਜਿਹੜੇ ਸੀਨੀਅਰ ਪੱਤਰਕਾਰ ਨੇ ਵਿਨੋਦ ਦੂਆ, ਉਹਨਾਂ ਦੇ ਉੱਪਰ ਵੀ ਸੈਡੀਸ਼ਨ ਦਾ ਮਾਮਲਾ ਚੱਲ ਰਿਹਾ। ਬਿਲਕੁਲ, ਕਈ ਉਹਨਾਂ ਦੇ ਨਾਲ ਤੁਸੀਂ ਜਿਹੜਾ ਮੈਂ ਰਾਜਦੀਪ ਸਰਦ ਸਾਹਿਬ ਇਹਨਾਂ ਦੇ ਹੋਇਆ, ਹੋਰ ਬੜੇ ਪੱਤਰਕਾਰਾਂ ਦੇ ਉੱਤੇ ਹੋਏ ਨੇ ਜੀ। ਉਹਨਾਂ ਨੇ ਇਸੇ ਟੌਪਿਕ ਦੇ ਉੱਪਰ ਪ੍ਰੋਗਰਾਮ ਕੀਤਾ ਸੀਗਾ ਕਿ ਜੱਜ ਵੱਡੇ ਹੈ ਜਾਂ ਕਾਨੂੰਨ ਵੱਡਾ, ਉਸ ਤੋਂ ਬਾਅਦ ਉਹਨਾਂ ਦੇ ਉੱਪਰ ਸੈਡੀਸ਼ਨ ਦਾ ਚਾਰਜ ਹੋਇਆ ਸੀ। ਸੋ ਆਪਾਂ ਇਹਨੂੰ ਅੱਗੇ ਨਹੀਂ ਕੰਟੀਨਿਊ ਕਰਾਂਗੇ। ਆਪਾਂ ਅਗਲੀ ਗੱਲ ਦੇ ਉੱਪਰ ਆਉਂਦੇ ਹਾਂ ਕਿ ਜਿਹੜਾ ਮੇਰਾ ਦੂਜਾ ਮੁੱਦਾ ਅੱਜ ਦਾ ਦੂਜਾ ਮੁੱਦਾ ਮੇਰਾ ਹਰਜੀਤ ਗਰੇਵਾਲ। ਉੱਤਰੀ ਭਾਰਤ ਦੇ ਵਿੱਚ ਬੀਜੇਪੀ ਦਾ ਜੋ ਹਾਲ ਹੈ ਆਪਾਂ ਦੇਖ ਚੁੱਕੇ ਹਾਂ। ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ, ਆਪਾਂ ਕਾਫੀ ਵਾਰੀ ਉਹਦਾ ਡਿਸਕਸ਼ਨ ਇੱਥੇ ਕਰ ਚੁੱਕੇ ਹਾਂ, ਲੋਕਾਂ ਨੇ ਦੇਖਿਆ ਸੋਸ਼ਲ ਮੀਡੀਆ 'ਤੇ। 3 ਪਿੰਡਾਂ ਦੇ ਵਿੱਚ ਸੰਜੀਵ ਬਾਲਿਆਨ ਜਾਂਦੇ ਨੇ, ਕੱਲ੍ਹ ਫੇਰ ਗਏ ਸੀਗੇ ਉਹ 1-2 ਪਿੰਡਾਂ ਦੇ ਵਿੱਚ। ਉਹਨਾਂ ਨੂੰ ਉੱਥੇ ਝੜਪ ਵੀ ਹੋਈ ਆ ਉਹਨਾਂ ਨਾਲ, ਬਲਕਿ ਨਰੇਸ਼ ਟਿਕੈਤ ਨੇ, ਜਿਹੜੇ ਰਕੇਸ਼ ਟਿਕੈਤ ਦੇ ਵੱਡੇ ਭਰਾ ਨੇ, ਖਾਪ ਪੰਚਾਇਤ ਦੇ ਜਿਹੜੇ ਚੌਧਰੀ ਨੇ, ਉਹਨਾਂ ਨੂੰ ਵੀ ਆ ਕੇ ਕਹਿਣਾ ਪਿਆ ਵੀ ਕੋਈ ਗੱਲ ਨਹੀਂ, ਅਸੀਂ ਇਹਨੂੰ ਆਪਸ 'ਚ ਬਹਿ ਕੇ ਸੁਲਝਾ ਲਵਾਂਗੇ। ਪਰ ਉੱਥੇ ਟਰਾਲੀਆਂ ਲਾ ਕੇ ਸੰਜੀਵ ਬਾਲਿਆਨ ਨੂੰ ਰੋਕਿਆ ਗਿਆ। ਜਿੰਦਾਬਾਦ ਮੁਰਦਾਬਾਦ ਵੀ ਹੋਈ, ਫਿਰ ਬਾਅਦ 'ਚ ਜਿਹੜਾ ਝੜਪ ਵੀ ਉੱਥੇ ਹੋਈ ਆ, 3-4 ਬੰਦੇ ਜ਼ਖਮੀ ਵੀ ਹੋਏ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਬੀਜੇਪੀ ਦੀ ਉੱਤਰ ਭਾਰਤ ਦੇ ਵਿੱਚ, ਸ਼ਿਕੰਜਾ ਤਾਂ ਛੁੱਟ ਗਿਆ, ਸਾਫ਼ ਦਿਖ ਰਿਹਾ ਕਿ ਸ਼ਿਕੰਜਾ ਲੋਕਾਂ ਦੇ ਅਨੁਸਾਰ ਬਿਲਕੁਲ ਬੀਜੇਪੀ ਦਾ ਇੱਥੋਂ ਨਿਕਲ ਚੁੱਕਿਆ। ਅਮਿਤ ਸ਼ਾਹ ਤਾਂ ਆਪ ਮਤਲਬ ਇੱਕ ਪ੍ਰੋਗਰਾਮ ਦੇ ਵਿੱਚ ਕਹਿ ਦਿੰਦੇ ਨੇ ਕਿ ਸਾਡਾ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਕੁਛ ਜ਼ਿਆਦਾ ਹੋਲਡ ਨਹੀਂ ਸੀਗਾ, ਹਰਿਆਣਾ ਵਿੱਚ ਵੀ ਆਲਮੋਸਟ ਉਹਨਾਂ ਦਾ ਮਤਲਬ ਸੁਪੜਾ ਸਾਫ਼ ਹੈ। ਗੱਲ ਕਰੀਏ ਹਰਜੀਤ ਗਰੇਵਾਲ ਉਹਨਾਂ ਦੀ। ਹਰਜੀਤ ਗਰੇਵਾਲ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਚੱਲ ਰਹੀ ਹੈ ਕਿ ਜਿਹੜੀ ਨਾਵ ਜਿਹੜੀ ਹੈ ਬੀਜੇਪੀ ਦੀ ਉੱਤਰ ਭਾਰਤ 'ਚ ਡੁੱਬ ਰਹੀ ਸੀ, ਹਰਜੀਤ ਗਰੇਵਾਲ ਉਹਦੇ 'ਚ ਵੱਡੇ ਚੁੱਕ ਕੇ ਜੈ ਸ਼੍ਰੀ ਰਾਮ ਲਿਖ ਕੇ ਉੱਤੇ ਪਾਉਣਾ ਚਾਹੁੰਦੇ ਨੇ, ਪਰ ਉੱਪਰੋਂ ਅੱਖਰ ਮਿਟ ਜਾਂਦੇ ਨੇ ਤੇ ਉਹ ਸਿਰਫ ਪੱਥਰ ਰਹਿ ਜਾਂਦਾ ਤੇ ਬੀਜੇਪੀ ਦੀ ਨਾਮ ਹੈ ਜਿਹੜੀ ਉਹ ਹੋਰ ਨੀਵੀਂ ਹੁੰਦੀ ਜਾ ਰਹੀ ਹੈ। ਕਿਵੇਂ ਦੇਖਦੇ? ਬਿਲਕੁਲ, ਇਹ ਦੇਖੋ, ਇਹ ਦੋਸ਼ ਤਾਂ ਜਿਹੜੇ ਹਰਜੀਤ ਗਰੇਵਾਲ ਤੋਂ ਉਹਦੇ ਉੱਤੇ ਬਹੁਤ ਲੱਗ ਰਹੇ ਨੇ। ਆਪਾਂ ਇਹਦੀ ਤਾਇਦ ਨਹੀਂ ਕਰਦੇ ਵੀ ਇਹ ਸੱਚ ਹੈ ਕਿ ਝੂਠ ਹੈ, ਲੇਕਿਨ ਦੋਸ਼ ਜਿਹੜੇ ਨੇ ਉਹ ਵੱਡੇ ਲੱਗ ਰਹੇ ਨੇ। ਇੱਥੋਂ ਤੱਕ ਕਿ ਜਿਹੜੇ ਕਿਸਾਨ ਆਗੂ ਨੇ, ਉਗਰਾਹਾਂ ਦਾ ਮੈਂ ਪਿੱਛੇ ਜੇ ਬਿਆਨ ਸੁਣਿਆ ਸੀ ਵੀ ਹਰਜੀਤ ਗਰੇਵਾਲ ਤਾਂ ਜਦੋਂ ਵੀ ਬੋਲਦਾ ਤੇ ਲੋਕੀ ਉਹਨੂੰ ਗਾਲਾਂ ਹੀ ਕੱਢਦੇ ਨੇ ਤੇ ਉਹ ਗਾਲਾਂ ਖਾਣ ਵਾਲਾ ਕੰਮ ਕਰ ਰਿਹਾ ਤੇ ਮਤਲਬ ਇਸ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਆ ਰਹੇ ਨੇ। ਇਹ ਹਰਜੀਤ ਗਰੇਵਾਲ ਦੀ ਹੁਣ ਜੇ ਆਪਾਂ ਗੱਲ ਕਰੀਏ ਤੇ ਤਾਜ਼ਾ ਬਿਆਨ ਉਹਨਾਂ ਦਾ ਇਹ ਆਇਆ ਕਿ ਕਾਨੂੰਨ ਤਾਂ ਰੱਦ ਨਹੀਂ ਹੋਣਗੇ। ਜੇਕਰ ਰਕੇਸ਼ ਟਿਕੈਤ ਦੇ ਉੱਤੇ ਉਹਨਾਂ ਨੇ ਬੋਲਿਆ ਸੀ, ਰਕੇਸ਼ ਟਿਕੈਤ ਨੇ ਕਿਹਾ ਵੀ 40 ਲੱਖ ਟਰੈਕਟਰ ਲੈ ਕੇ ਅਸੀਂ ਸੰਸਦ ਵੱਲ ਮਾਰਚ ਕਰਾਂਗੇ ਜੀ। ਬਿਲਕੁਲ, ਉਹ 26 ਤਰੀਕ ਤੋਂ ਬਾਅਦ 26 ਤਰੀਕ ਕਰਦੇ ਆ ਰਹੇ ਹਾਂ। ਤੇ ਉਹਨਾਂ ਦਾ ਕਹਿਣਾ ਸੀਗਾ, ਹਰਜੀਤ ਗਰੇਵਾਲ ਦਾ, ਜਿਹੜਾ ਇੱਕ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀ ਉਹ, ਤੇ ਮੈਂ ਵੀ ਸੁਣੀ ਉਹ, ਕਿ ਉਹ ਕਾਨੂੰਨ ਤਾਂ ਰੱਦ ਹੋਣਗੇ ਨਹੀਂ, ਇਹ ਸਪਸ਼ਟ ਹੈ। ਪਰ ਇੰਨਾ ਜ਼ਰੂਰ ਹੈ ਵੀ ਜੇਕਰ ਉਹ ਉੱਥੇ ਜਾ ਕੇ ਮਾਰਚ ਕਰਦੇ ਨੇ, ਸ਼ਾਂਤਮਈ ਢੰਗ ਨਾਲ ਮਾਰਚ ਕਰਦੇ ਨੇ ਤਾਂ ਉਹਨਾਂ ਦਾ ਹੱਕ ਹੈ। ਪਾਰਲੀਮੈਂਟ ਵੱਧਦੇ ਨੇ ਤਾਂ ਉਹਨਾਂ ਦਾ ਹੱਕ ਹੈ। ਲੇਕਿਨ ਜੇ ਕੋਈ ਹਿੰਸਾ ਫੈਲਾਉਣਗੇ ਤਾਂ ਫਿਰ ਜਿਹੜਾ ਉਹ ਪੁਲਿਸ ਤੇ ਕਾਨੂੰਨ ਜਿਹੜਾ ਆਪਣੇ ਲੈਵਲ ਦੇ ਉੱਤੇ ਉਹਨਾਂ ਨਾਲ ਨਜਿੱਠੇਗੀ। ਸਾਡੇ ਜਿਹੜੇ ਮੰਤਰੀ ਨੇ ਉਹ ਕਈ ਵਾਰ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਨੇ, ਇਹਨਾਂ ਨੂੰ ਸਮਝਾ ਚੁੱਕੇ ਨੇ, ਇਹਨਾਂ ਨੂੰ ਪੁੱਛ ਚੁੱਕੇ ਨੇ ਵੀ ਸਾਨੂੰ ਦੱਸੋ ਕਿ ਕਾਨੂੰਨ ਦੇ ਵਿੱਚ ਕਮੀਆਂ ਕੀ ਨੇ। ਇਹ ਸਿਰਫ ਇੱਕ ਗੱਲ ਤੇ ਅੜੇ ਹੋਏ ਨੇ ਵੀ ਕਾਨੂੰਨ ਰੱਦ ਕਰੋ, ਤੇ ਕਾਨੂੰਨ ਜਿਹੜੇ ਨੇ, ਕਾਨੂੰਨ ਦੇ ਨਾਲ ਹੀ ਜਿਹੜੀਆਂ ਨੇ ਸਰਕਾਰਾਂ ਚੱਲਦੀਆਂ ਨੇ। ਜੇ ਕਾਨੂੰਨ ਬਣਾਵਾਂਗੇ ਤਾਂ ਸਰਕਾਰਾਂ ਚੱਲਣਗੀਆਂ, ਨਹੀਂ ਤਾਂ ਚੱਲਣਗੀਆਂ ਨਹੀਂ। ਤੇ ਇਹ ਜਿਹੜੇ ਉੱਥੇ ਲੱਖਾ ਸਿਧਾਣਾ ਹੋਣੀ, ਜਿਹੜੇ ਉੱਥੇ ਭੀੜ ਇਕੱਠੀ ਕਰਕੇ 10,000 ਬੰਦਾ ਲੈ ਕੇ ਇਕੱਠੇ ਕਰਕੇ ਇਹ ਨਾ ਸਮਝਣ ਵੀ ਉਹ ਵੱਜ ਜਾਣਗੇ। ਇਹ ਮੈਂ ਉਹਨਾਂ ਦੀ ਨਿੰਦਾ ਕਰਦਾ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ। ਸੋ ਬਿਆਨ ਇਸ ਤਰ੍ਹਾਂ ਦੇ ਆ ਰਹੇ ਨੇ, ਹੈ ਉਹ ਪੰਜਾਬੀ ਨੇ, ਲੇਕਿਨ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਕਿ ਜਿਹਨੂੰ ਸੁਣ ਕੇ ਬੀਜੇਪੀ ਤੋਂ ਇਲਾਵਾ ਜਿੰਨੇ ਪੰਜਾਬੀ ਨੇ ਉਹ ਸਾਰੇ ਦੇ ਸਾਰੇ ਨਾਰਾਜ਼ ਹੋ ਰਹੇ ਨੇ ਉਸ ਚੀਜ਼ ਤੋਂ ਕਿ ਇਹ ਬੰਦਾ ਪੰਜਾਬ ਦਾ ਹੋ ਕੇ, ਪੰਜਾਬੀ ਹੋ ਕੇ, ਤੇ ਇਹ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਜਿਹੜੇ ਕਿ ਪੰਜਾਬੀਆਂ ਨੂੰ, ਜਿਹੜੇ ਬੀਜੇਪੀ ਨੂੰ ਛੱਡ ਕੇ ਪੰਜਾਬੀਆਂ ਨੂੰ ਪਸੰਦ ਨਹੀਂ ਆ ਰਹੇ ਜੀ। ਕਿਸਾਨੀ ਮੁੱਦੇ ਨੂੰ ਢਾਲ ਆ ਰਹੇ ਨੇ, ਕਿਸਾਨੀ ਮੁੱਦੇ ਨੂੰ। ਚਲੋ ਖੈਰ, ਉਹ ਸਰਕਾਰ ਦੇ ਵੱਲੋਂ ਪੱਖ ਬੋਲਣਾ ਹੁੰਦਾ, ਉਹਨਾਂ ਨੇ ਬੋਲਿਆ, ਲੇਕਿਨ ਜੋ ਉਹਨਾਂ ਦੇ ਉੱਤੇ ਉਹਨਾਂ ਦੇ ਕਾਊਂਟਰ ਜਿਹੜੇ ਗੱਲ ਆ ਰਹੀ ਹੈ ਉਹ ਆ ਰਹੀ ਹੈ ਕਿ ਇਹ ਸਾਡੇ ਨਹੀਂ, ਇਹ ਪੰਜਾਬੀਆਂ ਦੇ ਵਿਰੁੱਧ ਆ ਬੰਦਾ। ਪੰਜਾਬ ਦਾ ਜਾਏ, ਪੰਜਾਬ ਦੇ ਉੱਪਰ ਮਤਲਬ ਪੰਜਾਬ ਦਾ ਜਾਇਆ, ਪੰਜਾਬ ਦੇ ਵਿਰੋਧੀ ਬੋਲ ਰਿਹਾ ਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਭਾਰਤੀ ਜਨਤਾ ਪਾਰਟੀ ਨੂੰ
ਜਿਹੜੀ ਵੱਡੀ ਢਾਲ ਆ ਰਹੀ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪੱਥਰ ਜਿਹੜੇ ਨੇ ਉਹ ਬੇੜੀ ਡੁਬੋ ਰਹੇ ਨੇ, ਇਹਦੇ ਲਈ ਆਪਾਂ ਇੱਕ ਹੋਰ ਸੋਚ ਰੱਖੀਏ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਕੁਝ ਹੋਂਦ ਜਿਹੜੀ ਪੰਜਾਬ 'ਚ ਹੈਗੀ ਸੀ ਜੀ, ਉਹਦੇ ਨੂੰ ਭਾਵੇਂ ਆਪਾਂ ਇਹ ਲਾ ਲਈਏ ਕਿ ਆਪਾਂ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸੀ, ਉਹਨਾਂ ਦੀ ਭਾਈਵਾਲੀ ਸੀ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਭਾਈਵਾਲੀ ਕਰਕੇ ਕੁਝ ਸੀਟਾਂ ਜਿੱਤੀ ਗਈ, ਇਹ ਹਲੇ ਕੰਟਰਾਡਿਕਟਰੀ ਹੈਗੀ ਹੈ। ਪਰ ਇੰਨਾ ਜ਼ਰੂਰ ਹੈ ਕਿ ਦੋਨੇ ਮਿਲ ਕੇ ਜਿਹੜੀਆਂ ਇਹ 2 ਵਾਰੀ ਸਰਕਾਰਾਂ ਬਣਾ ਗਏ। ਤੇ ਇਹਦੇ ਲਈ ਉਹ ਕਿ ਇਹ ਜਦੋਂ ਦੋਨੋਂ ਅੱਡ ਹੋ ਗਈਆਂ ਤੇ ਹੁਣ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਮਜ਼ਬੂਤ ਰਿਹਾ ਤੇ ਨਾ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਇੰਨੀ ਮਜ਼ਬੂਤ ਰਹੀ ਹੈ। ਭਾਰਤੀ ਜਨਤਾ ਪਾਰਟੀ ਤਾਂ ਪਹਿਲਾਂ ਹੀ ਜਿਹੜੀ ਆ ਉਹ 23 ਕੇ 19 ਸੀਟਾਂ ਜਿਹੜੀਆਂ ਉਹਨਾਂ ਕੋਲ ਉਹਦੇ 'ਤੇ ਚੋਣਾਂ ਲੜਦੇ ਹੁੰਦੇ ਸੀਗੇ, ਤੇ ਹੁਣ ਤਾਂ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਲੜਨ ਦੀ ਗੱਲ ਕੀਤੀ ਹੈ। ਤਾਂ ਉਹ ਪਿੱਛੇ ਜੇ ਹੁਣ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਤੁਸੀਂ ਆਪ ਦੇਖਿਆ, ਸਾਰੇ ਪਾਸੇ ਵੀਡੀਓਜ਼ ਆਈਆਂ ਨੇ ਕਿ ਲੋਕਾਂ ਨੇ ਕੀ ਹਾਲ ਕਰਕੇ ਉਹਨਾਂ ਨੂੰ ਵਾਪਸ ਭੇਜਿਆ। ਬਹੁਤੀ ਜਗ੍ਹਾ 'ਤੇ ਤਾਂ ਇਹਨਾਂ ਨੂੰ ਜਿਹੜੇ ਉਮੀਦਵਾਰ ਹੀ ਨਹੀਂ ਮਿਲੇ, ਤੇ ਇਹ ਉਹ ਸਮਝ ਚੁੱਕੇ ਨੇ ਕਿ ਪੰਜਾਬ ਸਾਡੇ ਹੱਥ ਆਉਣ ਵਾਲਾ ਨਹੀਂ ਹੈਗਾ। ਹੁਣ ਕੀ ਹੋ ਸਕਦਾ? ਹੁਣ ਜੋ ਮੈਨੂੰ ਸ਼ੱਕ ਹੈ, ਮੈਨੂੰ ਡਰ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ SYL ਦਾ ਜਿਹੜਾ ਇੱਕ ਵੱਡਾ ਫੈਸਲਾ ਆਉਣ ਵਾਲਾ ਜੀ, ਮੈਨੂੰ ਜੋ ਡਰ ਹੈ, ਤੇ ਉਸ ਨੂੰ ਲੈ ਕੇ ਇਹ ਗੱਲ ਹੋਊਗੀ ਕਿ ਇਹ ਜਿਹੜਾ ਪੰਜਾਬ ਤੇ ਹਰਿਆਣਾ ਦੇ ਲੋਕ ਜਿਹੜੇ ਨੇ ਆਮੋ ਸਾਹਮਣੇ ਆ ਜਾਣਗੇ ਜੀ, ਤੇ ਉਸ ਦੌਰਾਨ ਜਿਹੜਾ ਇਹ ਅੰਦੋਲਨ ਜਿਹੜਾ ਉਹਦੇ 'ਚ ਕਮਜ਼ੋਰ ਹੋਣ ਦੀ ਆਸ ਹੈ। ਪਰ SYL ਦਾ ਮੁੱਦਾ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਅੰਦੋਲਨ ਜਦੋਂ ਸ਼ੁਰੂ ਹੋਇਆ, ਹਰਿਆਣੇ ਦੇ ਵਿੱਚੋਂ ਦੀ ਨਿਕਲ ਕੇ ਦਿੱਲੀ ਵੱਲ ਨੂੰ ਵਧਣ ਲੱਗਿਆ, ਤਾਂ ਉਦੋਂ BJP ਹਰਿਆਣਾ ਨੇ ਇਹੀ ਸੇਮ ਮੁੱਦਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਹਨਾਂ ਨੇ ਵੱਖ-ਵੱਖ ਰੈਲੀਆਂ ਕੀਤੀਆਂ ਸੀ, ਧਰਨੇ ਕੀਤੇ ਸੀ SYL ਦੇ ਨਾਲ। ਉਹ ਹੁਣ ਵੀ ਆ ਰਿਹਾ, ਉਹ ਹੁਣ ਵੀ ਬਿਆਨ ਆ ਰਹੇ ਨੇ। JP ਦਲਾਲ ਦਾ ਬਿਆਨ ਸੁਣੋ ਤੁਸੀਂ, ਕੱਲ ਪਰਸੋਂ ਆਇਆ ਸੀਗਾ ਕਿ ਜਿਹੜਾ ਅਸਲ ਮੁੱਦਾ ਹੈਗਾ ਉਹ ਹਰਿਆਣਾ ਨੂੰ ਪਾਣੀਆਂ ਦਾ ਮੁੱਦਾ ਹੈਗਾ। ਇਹ ਮੁੱਦੇ ਨਹੀਂ ਹੈਗੇ ਜਿਹੜੇ ਅੰਦੋਲਨ ਵਾਲੇ ਜਿਹੜੇ ਨੇ, ਕਿਸਾਨਾਂ ਨੂੰ ਚਾਹੀਦਾ ਵੀ ਪਾਣੀਆਂ ਦੇ ਉੱਤੇ ਗੱਲ ਕਰਨ। ਪਿੱਛੇ ਜੇ ਵੀ ਜਿਹੜਾ ਹੈ ਉਹ ਕਾਫੀ ਜਿਹੜੇ ਪਾਣੀਆਂ ਦੇ ਉੱਤੇ ਗੱਲ ਹੁੰਦੀ ਰਹੀ ਹੈ, ਪਾਣੀਆਂ ਨੂੰ ਲੈ ਕੇ ਕਾਫੀ ਮੁੱਦਾ ਚੱਕਿਆ ਜਾਂਦਾ ਰਿਹਾ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਪਾਣੀਆਂ ਦੇ ਉੱਤੇ ਕੋਈ ਨਹੀਂ ਬੋਲਦਾ, ਉਹ ਇਹ ਕਹਿੰਦੇ ਨੇ ਵੀ ਪਾਣੀ ਸਾਡੇ ਲਈ ਬਾਅਦ 'ਚ, ਪਹਿਲਾਂ ਅਸੀਂ ਜ਼ਮੀਨਾਂ ਬਚਾਵਾਂਗੇ, ਤੇ ਉਦੋਂ ਫਿਰ ਇਹ ਮਸਲਾ ਠੰਡਾ ਹੋ ਗਿਆ ਸੀ। ਲੇਕਿਨ ਜਿਹੜੀ ਗੱਲ ਵਿਚਲੀ ਇਹ ਹੈ ਕਿ ਜੇਕਰ ਅਦਾਲਤੀ ਫੈਸਲਾ ਹੀ ਜਿਹੜਾ ਪੰਜਾਬ ਦੇ ਵਿਰੁੱਧ ਆ ਜਾਂਦਾ ਤੇ ਪੰਜਾਬ ਦੇ ਲੋਕ ਤਾਂ ਖੜੇ ਹੋਣਗੇ ਉਹਨਾਂ ਮਸਲੇ ਦੇ ਵਿੱਚ, ਤੇ ਜੇਕਰ ਬਸ ਖੜੇ ਹੁੰਦੇ ਨੇ ਤਾਂ ਫਿਰ ਉਸ ਟਾਈਮ ਜਿਹੜੇ ਹੈਗੇ ਆ ਦੋਨਾਂ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਆ, ਉਦੋਂ ਜਿਹੜੀ ਆ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਸਕਦੀ ਆ, ਤੇ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ BJP ਦੀ ਸਰਕਾਰ ਦੇ ਹੱਕ 'ਚ ਜਾਏਗੀ। ਇਹ ਇੱਕ ਵੱਡਾ ਸ਼ੱਕ ਜਿਹੜਾ ਉਹ ਜਤਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਮਝਣ ਦੀ ਲੋੜ ਹੈ। ਇਸ ਨੂੰ ਲੈ ਕੇ ਜਿਹੜਾ ਭਾਈਚਾਰਕ ਸਾਂਝ ਪਹਿਲਾਂ ਤੋਂ ਹੀ ਮਜਬੂਰ ਕਰਕੇ ਰੱਖਣ ਦੀ ਲੋੜ ਹੈ। ਇਸ ਗੱਲ ਨੂੰ ਪਹਿਲਾਂ ਹੀ ਚਰਚਾ ਕਰ ਲੈਣੀ ਚਾਹੀਦੀ ਹੈ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਉਹਦੇ ਲਈ ਉਸ ਸਮੇਂ ਸਾਡਾ ਰਿਐਕਸ਼ਨ ਆਉਣਾ ਚਾਹੀਦਾ। ਇਹ ਸਾਰਾ ਦਾ ਸਾਰਾ ਵਰਤਾਰਾ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਸਮਝ ਲੈਣਾ ਚਾਹੀਦਾ, ਤਾਂ ਕਿ ਜੇਕਰ ਸਰਕਾਰ ਜਿਹੜੀ ਹੈ ਉਹ ਇਹ ਕਰਾ ਸਕਦੀ ਹੈ ਕਿ ਉੱਥੇ ਜਿਹੜੇ ਸਿੰਘੂ ਦੇ ਉੱਤੇ ਲੋਕ ਭੇਜ ਕੇ ਉੱਥੇ ਕਹਿਣਗੇ ਸਥਾਨਕ ਬੰਦੇ ਆਏ ਨੇ ਜੀ, ਜਦ ਕਿ ਉਹ ਸਾਬਤ ਹੋ ਗਿਆ ਵੀ ਸਥਾਨਕ ਬੰਦੇ ਨਹੀਂ ਸੀਗੇ। ਜੇਕਰ ਹੋਰ ਵੱਡੀਆਂ ਚਾਲਾਂ ਆ ਸਕਦੀਆਂ ਨੇ ਤਾਂ ਇਹਨਾਂ ਵਿੱਚੋਂ ਇੱਕ ਆ ਵੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਅਦਾਲਤ ਦੇ ਕੋਰਟ ਦੇ ਵਿੱਚ ਸਾਬਤ ਕਰਕੇ ਕਿਸੇ ਨਾ ਕਿਸੇ ਜਿਹੜਾ ਤਰੀਕੇ ਨਾਲ ਉਹ ਫੈਸਲਾ ਹਰਿਆਣਾ ਦੇ ਹੱਕ 'ਚ ਕਰਾ ਦੇ। ਕਿਉਂਕਿ ਦੇਖੋ, ਪੰਜਾਬ ਦੇ ਹੱਕ 'ਚ ਆਉਂਦਾ BJP ਪਹਿਲਾਂ ਵੀ ਉਹ ਪੰਜਾਬ 'ਚ ਹੈ ਨਹੀਂ ਜੀ, ਹਰਿਆਣੇ ਦੇ ਹੱਕ 'ਚ ਜਾਂਦਾ ਤਾਂ ਹਰਿਆਣੇ ਦੇ ਵਿੱਚ BJP ਇਸ ਵੇਲੇ ਹੈਗੀ ਹੈ, ਸਰਕਾਰ ਉਹਨਾਂ ਦੀ ਹੈਗੀ ਹੈ ਜੀ। ਤਾਂ ਉਹਦੇ 'ਚ ਕੀ ਹੋਊਗਾ ਕਿ ਹਰਿਆਣੇ ਦੇ ਵਿੱਚ ਜਦੋਂ ਫੈਸਲਾ ਉਹਨਾਂ ਦੇ ਹੱਕ 'ਚ ਜਾਂਦਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਢਾਹ ਇਸ ਵੇਲੇ ਉਹਨਾਂ ਦੀ ਲੱਗੀ ਹੋਈ ਆ ਉਸ ਨੂੰ ਉਹ ਮਜ਼ਬੂਤ ਕਰਨ 'ਚ ਕੋਸ਼ਿਸ਼ ਕਰਨਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਚੀਜ਼ਾਂ ਨੂੰ ਵੀ ਧਿਆਨ ਰੱਖ ਕੇ ਆਪਾਂ ਨੂੰ ਚੱਲਣਾ ਪੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸੀਬਤਾਂ ਖੜੀਆਂ ਹੋ ਸਕਦੀਆਂ ਨੇ ਉਸ ਤੋਂ ਪਹਿਲਾਂ ਹੀ ਸੁਚੇਤ ਹੋ ਕੇ ਉਸ 'ਤੇ ਚਰਚਾ ਕਰ ਲੈਣੀ ਚਾਹੀਦੀ ਹੈ ਜੀ। ਕਿਸਾਨ ਆਗੂਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ SYL ਦਾ ਮੁੱਦਾ ਜਿਹੜਾ ਪਿਛਲੀ ਵਾਰੀ ਉੱਠਿਆ ਸੀ ਉਹਨੂੰ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਕਾਊਂਟਰ ਕਰ ਲਿਆ ਸੀਗਾ। ਹਜੇ ਤੱਕ ਜਿੰਨੇ ਕਿ ਮੁੱਦੇ ਉਹਨਾਂ ਨੇ ਉਠਾਏ ਹੈ, BJP ਸਰਕਾਰ ਨੇ ਜਾਂ ਕਾਂਗਰਸ ਨੇ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਿਸਾਨ ਅੰਦੋਲਨ ਦੇ ਖਿਲਾਫ ਜਿੰਨੇ ਵੀ ਮੁੱਦੇ ਉਠਾਏ ਨੇ, ਚੰਗੀ ਤਰ੍ਹਾਂ ਉਹਨਾਂ ਨੂੰ ਕਾਊਂਟਰ ਕਰਨ ਦੇ ਵਿੱਚ ਸਫਲ ਰਹੇ ਨੇ ਕਿਸਾਨ ਨੇ, ਭਾਵੇਂ ਉਹ 26 ਵਰਗਾ ਇੱਕ ਵੱਡਾ ਮੁੱਦਾ ਹੀ ਹੋਵੇ। ਕਈ ਲੋਕ ਉਹਨਾਂ ਨੂੰ ਸਾਕਾ ਵੀ ਕਹਿ ਰਹੇ ਨੇ, ਇੱਕ ਤਰ੍ਹਾਂ ਦਾ ਕਿਸਾਨਾਂ ਲਈ ਸਾਕਾ ਵੀ ਹੋਵੇ 26 ਦਾ, ਉਹਨੂੰ ਕਾਊਂਟਰ ਕਰਨ ਦੇ ਵਿੱਚ ਵੀ ਉਹ ਸਫਲ ਰਹੇ ਨੇ। ਹੁਣ ਦੇਖਦੇ ਹਾਂ ਕਿ SYL ਦਾ ਮੁੱਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਗੇ ਆਉਂਦਾ ਨਹੀਂ ਆਉਂਦਾ, ਇਹਦੇ ਉੱਪਰ ਕਿਸਾਨ ਕਿਵੇਂ ਉਹਨੂੰ ਕਾਊਂਟਰ ਕਰਦੇ ਨੇ। ਕੁਲਵੰਤ ਜੀ, ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਡੇ ਨਾਲ ਸ਼ੋਅ ਦੇ ਵਿੱਚ ਜੁੜਨ ਲਈ। ਸ਼ੁਕਰੀਆ ਜੀ, ਧੰਨਵਾਦ ਜੀ। ਮੈਂ ਬੋਨੀ 15 ਇੱਕ ਵਾਰੀ ਫਿਰ ਤੁਸੀਂ ਦੇਖਦੇ ਰਹੋ ਨਿਊਜ਼ ਏਸ਼ੀਆ ਪੰਜਾਬੀ। ਧੰਨਵਾਦ।